ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ 52 ਅੱਖਰੀ ਮਹੱਲੇ ਪੰਜਵੇਂ ਦੇ 21ਵੇਂ ਸਲੋਕ ਤੇ 21ਵੀਂ ਪੌੜੀ ਦੀ ਵਾਰੀ ਹੈ ਜੀ। ਗੌੜੀ 52 ਅੱਖਰੀ ਮਹੱਲਾ ਪੰਜਵਾਂ ਸਲੋਕ। ਗਣ ਕਾਲੇ ਸਭ ਦਿਵਸ ਸਾਸ, ਨਹਿ ਬਡਨ ਕਟਨ ਤਿਲਸਾਰ। ਗਣ ਕਾਲੇ ਸਭ ਦਿਵਸ ਸਾਸ, ਨਹਿ ਬਡਨ ਕਟਨ ਤਿਲਸਾਰ। ਜੀਵਨ ਲੋਰੇ ਪਰਮੋ, ਨਾਨਕ ਤੇ ਉਗਵਾਰ। ਪੌੜੀ। ਗੰਗਾ ਗ੍ਰਾਸ ਕਾਲ ਤੈ, ਜੋ ਸਾਖਤ ਪ੍ਰਭ ਕੀਨ। ਅਨੇਕ ਜੋਨ ਜਨਮੇ ਮਰੇ, ਆਤਮ ਰਾਮ ਨ ਚੀਨ। ਗਿਆਨ ਧਿਆਨ ਤਾਹੂ ਕਿਉ ਆਏ, ਕਰ ਕਿਰਪਾ ਜੈ ਆਪ ਦਵਾਏ। ਗਣਤੀ ਗਣੀ ਨਹੀਂ ਕੁਛ ਛੂਟੇ, ਕਾਚੀ ਗਾਗਰ ਸਰ ਪਰ ਫੂਟੇ। ਸੋ ਜੀਵਤ ਜੇ ਜੀਵਤ ਜਪਿਆ, ਪ੍ਰਗਟ ਪੈ ਨਾਨਕ ਨਹੀਂ ਛਪਿਆ। ਸੋ ਜੀਵਤ ਜੇ ਜੀਵਤ ਜਪਿਆ, ਪ੍ਰਗਟ ਪੈ ਨਾਨਕ ਨਹੀਂ ਛਪਿਆ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਨੇ ਹਰ ਇੱਕ ਜੀਵ ਦੀ ਉਮਰ ਤੇ ਸਭ ਦਿਨ ਅਤੇ ਸਵਾਸ ਗਿਣ ਕੇ ਭੇਜੇ ਹਨ। ਭਾਵ ਸਾਡੀ ਸਭ ਦੀ ਉਮਰ ਮਿੱਥੀ ਹੋਈ ਹੈ ਜੀ ਕਿ ਕਿੰਨੀ ਉਮਰ ਹੈ। ਕੋਈ ਡਾਕਟਰ, ਕੋਈ ਵੈਦ, ਕੋਈ ਦੁਨੀਆ ਦੀ ਹਸਤੀ ਇਸ ਉਮਰ ਨੂੰ ਵਧਾ ਘਟਾ ਨਹੀਂ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਆ ਉਹ ਤਿਲ ਸਮਾਨ ਵੀ ਘੱਟ ਵੱਧ ਨਹੀਂ ਹੋ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਜੀਵ ਮੂਰਖ ਹਨ ਜੀ, ਜੋ ਮੋਹ ਦੇ ਭਰਮ ਵਿੱਚ ਪੈ ਕੇ ਅਤੇ ਮਾਇਆਵੀ ਵਿਕਾਰਾਂ ਵਿੱਚ ਪੈ ਕੇ ਆਪਣਾ ਜੀਵਨ ਜਿਉਣਾ ਚਾਹੁੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੰਗੇ ਅੱਖਰ ਅਨੁਸਾਰ ਪਰਮੇਸ਼ਰ ਨੇ ਜਿਨ੍ਹਾਂ ਨੂੰ ਸਾਕਤ ਭਾਵ ਮਨੁੱਖ ਬਣਾ ਦਿੱਤਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਨੂੰ ਕਾਲ ਗ੍ਰਸ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜੋ ਮਨੁੱਖ ਪਰਮੇਸ਼ਰ ਨੂੰ ਨਹੀਂ ਸਮਝਦੇ, ਨਹੀਂ ਮੰਨਦੇ, ਉਹ ਮਨੁੱਖ ਅਨੇਕਾਂ ਜੂਨਾਂ ਵਿੱਚ ਪੈ ਕੇ ਜੰਮਦੇ ਮਰਦੇ ਰਹਿੰਦੇ ਹਨ ਜੀ। ਭਾਵ ਉਹਨਾਂ ਦਾ ਜੰਮਣ ਮਰਨ ਲੱਗਾ ਰਹਿੰਦਾ ਹੈ ਜੀ। ਉਹਨਾਂ ਦੇ ਆਵਾਗਮਨ ਵਿੱਚ ਘੁੰਮਦੇ ਫਿਰਦੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗਿਆਨ ਅਤੇ ਧਿਆਨ ਉਹਨਾਂ ਨੂੰ ਹੀ ਆਉਂਦੇ ਹਨ ਜੀ, ਜਿਨ੍ਹਾਂ ਨੂੰ ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਨਾਲ ਲਿਵ ਲਗਾਉਂਦੇ ਹਨ ਜੀ। ਫਿਰ ਪਰਮੇਸ਼ਰ ਜੇ ਆਪਣੀ ਕਿਰਪਾ ਕਰੇ ਤਾਂ ਹੀ ਪਰਮੇਸ਼ਰ ਆਪ ਦਵਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗਿਣਤੀਆਂ ਗਿਣਨ ਨਾਲ ਮਾਇਆਵੀ ਵਿਕਾਰਾਂ ਦੇ ਬੰਧਨ ਤੋਂ ਕੋਈ ਵੀ ਖਲਾਸ ਨਹੀਂ ਹੋ ਸਕਿਆ ਜੀ। ਭਾਵ ਕੋਈ ਵੀ ਨਹੀਂ ਬਚ ਸਕਿਆ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕੱਚੀ ਗਾਗਰ ਨੇ ਤਾਂ ਅਵਸ਼ ਹੀ ਟੁੱਟਣਾ ਹੈ ਜੀ। ਕੱਚੀ ਗਾਗਰ ਭਾਵ ਇਹ ਸਰੀਰ ਜੋ ਇੱਕ ਦਿਨ ਮਿੱਟੀ ਹੋ ਜਾਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹੀ ਮਨੁੱਖ ਗੁਰਮੁਖ ਮਨੁੱਖ ਜੀਵਤ ਸਮਝੋ ਜੀ, ਜਿਨ੍ਹਾਂ ਨੇ ਜਿਉਂਦਿਆਂ ਜੀ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਜਪਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਸੰਸਾਰ ਵਿੱਚ ਪ੍ਰਤਿਸ਼ਠਾ ਹਾਸਲ ਕਰਦੇ ਹਨ ਅਤੇ ਲੁਕੇ ਨਹੀਂ ਰਹਿੰਦੇ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਕਹਿੰਦੇ ਹਨ ਸੋ ਜੀਵਤ ਜੇ ਜੀਵਤ ਜਪਿਆ। ਭਾਵ ਗੁਰੂ ਜੀ ਦੱਸਦੇ ਹਨ ਜੋ ਗੁਰਮੁਖ ਆਪਣੇ ਜੀਵਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਜਪਦੇ ਹਨ ਜੀ, ਉਹੀ ਗੁਰਮੁਖਾਂ ਦਾ ਜੀਵਨ ਸਹੀ ਅਰਥਾਂ ਵਿੱਚ ਇਸ ਜਗਤ ਵਿੱਚ ਆਉਣਾ ਸਫਲ ਸਮਝੋ ਜੀ।
ਫਿਰ ਗੁਰੂ ਜੀ ਕਹਿੰਦੇ ਜਿਹੜੇ ਜੀਵ ਆਪਣੇ ਜਿਉਂਦਿਆਂ ਜੀ ਨਾਮ ਗੁਰਸ਼ਬਦ ਗੁਰਬਾਣੀ ਨਾਮ ਨਹੀਂ ਸਿਮਰਦੇ ਜੀ, ਉਹਨਾਂ ਦਾ ਮੋਇਆ ਜਨਮ ਭਾਵ ਉਹ ਕਈ ਜੂਨੀਆਂ ਵਿੱਚ ਰੁਲਦੇ ਫਿਰਦੇ ਰਹਿੰਦੇ ਹਨ ਜੀ। ਭਾਵ ਉਹਨਾਂ ਦੇ ਜਨਮ ਮਰਨ ਦਾ ਆਵਾਗਣ ਦਾ ਚੱਕਰ ਲੱਗਾ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜੇ ਗੁਰਮੁਖ ਜਿਉਂਦਿਆਂ ਗੁਰਸ਼ਬਦ ਗੁਰਬਾਣੀ ਨਾਮ ਨੂੰ ਹਿਰਦੇ ਵਿੱਚ ਮਨ ਵਿੱਚ ਟਿਕਾਉਂਦੇ ਹਨ, ਹਿਰਦੇ ਵਿੱਚ ਵਸਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਸੰਸਾਰ ਜੋ ਆਪਣਾ ਜਨਮ ਪਦਾਰਥ ਜਿਣ ਕੇ ਲੈ ਕੇ ਜਾਂਦੇ ਹਨ ਜੀ। ਪਰਮੇਸ਼ਰ ਨੇ ਮਨੁੱਖਾ ਸਰੀਰ ਵਿੱਚ ਸਵਾਸ ਗਿਣ ਕੇ ਪਾਏ ਹਨ ਜੀ। ਸਾਡੀ ਉਮਰ ਗਿਣੀ ਹੋਈ ਹੈ ਜੀ, ਮਿੱਥੀ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ ਉਸ ਗਿਣਤੀ ਨੂੰ ਕੋਈ ਵੈਦ ਜਾਂ ਡਾਕਟਰ ਰੱਤਾ ਭਰ ਵੀ ਵਧਾ ਘਟਾ ਨਹੀਂ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਲਈ ਸਾਖਤ ਪੁਰਸ਼ ਜੋ ਵਧੇਰੇ ਜੀਵਨ ਦੀ ਆਸ ਕਰਦੇ ਹਨ ਜੀ, ਉਹ ਮੂਰਖ ਹਨ ਜੀ। ਸੋ ਸਿਧਾਂਤ ਇਹ ਹੈ ਜੀ ਕਿ ਜੋ ਗੁਰਮੁਖ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਜਪਦੇ ਹਨ ਜੀ, ਸਹੀ ਗਿਣਤੀ ਵਿੱਚ ਉਹਨਾਂ ਦਾ ਹੀ ਜਿਉਣਾ ਆਨੰਦਮਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਬਾਕੀ ਖੌਤੀ ਕਰਮਾਂ ਦੀ ਗਿਣਤੀ ਨਾਲ ਪਰਮੇਸ਼ਰ ਦੀ ਦਰਗਾਹ ਵਿੱਚ ਜੀਵ ਦਾ ਛੁਟਕਾਰਾ ਨਹੀਂ ਹੁੰਦਾ ਜੀ। ਭਾਵ ਜੋ ਲੋਕ ਜੋ ਜੀਵ ਮਾਇਆਵੀ ਵਿਕਾਰਾਂ 'ਚ ਪਏ ਰਹਿੰਦੇ ਹਨ, ਉਹਨਾਂ ਦਾ ਇਸ ਦਰਗਾਹ ਵਿੱਚ ਤੇ ਅੱਗੇ ਵੀ ਦਰਗਾਹ ਵਿੱਚ ਛੁਟਕਾਰਾ ਨਹੀਂ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ ਨਿਸਤਾਰਾ ਸਿਰਫ ਗੁਰਸ਼ਬਦ ਗੁਰਬਾਣੀ ਜਿਉਂਦਿਆਂ ਜੀ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਨ, ਫਿਰ ਉਹਨਾਂ ਤੇ ਪਰਮੇਸ਼ਰ ਦੀ ਕਿਰਪਾ ਹੋਵੇ, ਉਸ ਨਾਲ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਇਸ ਲਈ ਰੱਬੀ ਆਸ਼ਕ ਗਿਣਤੀਆਂ ਮਿਹਨਤੀਆਂ ਵਿੱਚ ਨਹੀਂ ਪੈਂਦੇ ਜੀ। ਫਿਰ ਗੁਰੂ ਜੀ ਕਹਿੰਦੇ ਨੇ ਅਤੇ ਸਵਾਸ ਸਵਾਸ ਗੁਰਸ਼ਬਦ ਗੁਰਬਾਣੀ ਨਾਮ ਸਿਮਰਦੇ ਰਹਿੰਦੇ ਹਨ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।